अस्सलामुअलैकुम वरहमतुल्लाहि वबरकातुहू। ਅੱਜ ਦੇ ਇਸ ਖਾਸ ਰੂਹਾਨੀ ਸਫ਼ਰ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ। ਜ਼ਿੰਦਗੀ ਦੀ ਇਸ ਭੱਜ-ਦੌੜ ਤੇ ਸ਼ੋਰ-ਸ਼ਰਾਬੇ ਵਿੱਚੋਂ ਥੋੜਾ ਜਿਹਾ ਵਕਤ ਕੱਢ ਕੇ ਆਪਾਂ ਅੱਜ ਇੱਕ ਬੜੀ ਹੀ ਗਹਿਰੀ ਤੇ ਸਕੂਨ ਦੇਣ ਵਾਲੀ ਮੰਜ਼ਿਲ ਵੱਲ ਕਦਮ ਵਧਾਵਾਂਗੇ। ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਏ ਕਿ ਇਹਨਾਂ ਔਖੀਆਂ ਤੇ ਡੂੰਘੀਆਂ ਗੱਲਾਂ ਨੂੰ ਬਿਲਕੁਲ ਸਾਦਾ, ਸਾਫ਼, ਆਸਾਨ ਪੰਜਾਬੀ ਵਿੱਚ ਸਮਝਿਆ ਜਾਏ ਤਾਂ ਜੋ ਗੱਲ ਸਿੱਧੀ ਦਿਲ ਤੱਕ ਪਹੁੰਚੇ। ਇਹ ਸਿਰਫ ਕੋਈ ਆਮ ਜੀ ਗੱਲਬਾਤ ਨਹੀਂ ਏ, ਬਲਕਿ ਉਸ ਰੱਬਾਨੀ ਮੁਹੱਬਤ ਦਾ ਪੈਗਾਮ ਏ ਜਿਸ ਦੀ ਸਾਡੀ ਰੂਹ ਨੂੰ ਬੇਹੱਦ ਲੋੜ ਏ। ਆਓ ਇਸ ਮੁਹੱਬਤ ਤੇ ਫਜ਼ਲ ਦੇ ਸਮੁੰਦਰ ਵਿੱਚ ਡੁਬਕੀ ਲਾਈਏ। In both worlds, everyone looks towards thee. ਸੋਚੋ ਜ਼ਰਾ ਇਸ ਗੱਲ ਤੇ। ਦੋਵਾਂ ਜਹਾਨਾਂ ਵਿੱਚ ਹਰ ਕੋਈ ਉਸੇ ਵੱਲ ਵੇਖਦਾ ਹੈ। ਇਹ ਕੈਪਸ਼ਨ ਇਨ ਇੰਗਲਿਸ਼ ਆਪਣੇ ਅੰਦਰ ਪੂਰੀ ਕਾਇਨਾਤ ਦਾ ਫਲਸਫਾ ਸਮੋਈ ਬੈਠੀ ਹੈ। ਕਮਾਲ ਦੀ ਗੱਲ ਹੈ ਨਾ? ਇਸ ਦੁਨੀਆ ਦੀ ਕੋਈ ਵੀ ਸ਼ੈ ਹੋਵੇ, ਭਾਵੇਂ ਕੋਈ ਬਹੁਤ ਤਾਕਤਵਰ ਇਨਸਾਨ ਜਾਂ ਫਿਰ ਇੱਕ ਨਿੱਕੀ ਜਿਹੀ ਕੈੜੀ, ਆਪਣੀ ਹਰ ਲੋੜ ਲਈ ਸਿਰਫ ਤੇ ਸਿਰਫ ਇੱਕੋ ਹਸਤੀ ਵੱਲ ਵੇਖਦੀ ਹੈ। ਜਦੋਂ ਸਾਨੂੰ ਇਹ ਸਮਝ ਆ ਜਾਂਦੀ ਹੈ ਕਿ ਦੋਵਾਂ ਜਹਾਨਾਂ ਦਾ ਮਾਲਿਕ ਇੱਕੋ ਹੀ ਹੈ, ਤੇ ਫਿਰ ਅੰਦਰ ਦੀ ਸਾਰੀ ਬੇਚੈਨੀ ਮੁੱਕ ਜਾਂਦੀ ਹੈ। ਅੱਗੇ ਵਧਣ ਤੋਂ ਪਹਿਲਾਂ ਇਹ ਜਾਣਨਾ ਬੜਾ ਜ਼ਰੂਰੀ ਏ ਕਿ ਇਹ ਅਨਮੋਲ ਖਜ਼ਾਨਾ ਕਿੱਥੋਂ ਆ ਰਿਹਾ ਹੈ। ਇਹ ਮਾਲੂਮਾਤ ਸਪਿਰਚੁਅਲ ਯੂਨੀਵਰਸਿਟੀ ਪਾਕਿਸਤਾਨ ਦੇ ਤਰਫੋਂ ਪੇਸ਼ ਕੀਤੀ ਜਾਂਦੀ ਏ। ਇਹ ਉਹ ਇਦਾਰਾ ਹੈ ਜੋ ਰੂਹਾਨੀਅਤ, ਇਖਲਾਕੀਅਤ ਤੇ ਰੱਬ ਨਾਲ ਜੁੜੇ ਰਿਸ਼ਤੇ ਨੂੰ ਸਮਝਣ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਇਨ੍ਹਾਂ ਦੀ ਲਗਨ ਦੀ ਬਦੌਲਤ ਹੀ ਅੱਜ ਆਪਾਂ ਇਨ੍ਹਾਂ ਡੂੰਘੀਆਂ ਗੱਲਾਂ ਨੂੰ ਇੰਨੀ ਆਸਾਨੀ ਨਾਲ ਸਮਝ ਪਾ ਰਹੇ ਹਾਂ। ਤੇ ਹੁਣ ਗੱਲ ਕਰਦੇ ਹਾਂ ਇਸ ਸ਼ਾਨਦਾਰ ਕਿਤਾਬ ਦੀ, ਜਿਸ ਦਾ ਨਾਮ ਹੈ ਪਿਆਰ ਪਿਆਮ। ਇਹ ਕੋਈ ਆਮ ਕਿਤਾਬ ਨਹੀਂ ਹੈ। ਇਹ ਸਮਝ ਲਓ ਕਿ ਇੱਕ ਰੂਹਾਨੀ ਹੱਥ ਹੈ ਜੋ ਸਿੱਧਾ ਸਾਡੀ ਰੂਹ ਨਾਲ ਗੱਲ ਕਰ ਰਿਹਾ ਹੈ। ਇਸ ਸ਼ਾਹਕਾਰ ਨੂੰ ਲਿਖਣ ਵਾਲੇ ਨੇ ਤਾਬਿਸ਼ ਕਮਾਲ। ਉਹਨਾਂ ਦਾ ਇਹ ਕਲਾਮ ਪੜ੍ਹ ਕੇ ਇੰਜ ਲੱਗਦਾ ਹੈ ਜਿਵੇਂ ਕੋਈ ਸੱਚਾ ਰਾਹਬਰ ਉਂਗਲੀ ਫੜ ਕੇ ਰੱਬ ਦੇ ਰਾਹ ਤੇ ਤੋੜ ਰਿਹਾ ਹੋਵੇ। ਉਹਨਾਂ ਦੀ ਇਹ ਲਿਖਤ ਅਸਲ ਵਿੱਚ ਇਨਸਾਨ ਦਾ ਆਪਣੇ ਖਾਲਿਕ ਨਾਲ ਜੁੜਨ ਦਾ ਇੱਕ ਸੱਚਾ ਰਸਤਾ ਵਿਖਾਉਂਦੀ ਹੈ। ਇਹ ਦੇਖੋ, ਇਹ ਉਹ ਅਸਲੀ ਅਸਾਰ ਨੇ ਜਿਨ੍ਹਾਂ ਤੇ ਅੱਜ ਆਪਾਂ ਗੌਰ ਕਰਨਾ ਹੈ। ਇਹ ਖੂਬਸੂਰਤ ਲਿਖਾਈ ਹੈ, ਕੈਲੀਗ੍ਰਾਫੀ ਆਪਣੇ ਆਪ ਵਿੱਚ ਇੱਕ ਵੱਡਾ ਫਨ ਹੈ। ਕੁਝ ਪਲ ਲਈ ਬਸ ਇਸ ਲਿਖਾਈ ਦੀ ਖੂਬਸੂਰਤੀ ਨੂੰ ਮਹਿਸੂਸ ਕਰੋ। ਇਹਨਾਂ ਲਫ਼ਜ਼ਾਂ ਦੇ ਪਿੱਛੇ ਜੋ ਜਜ਼ਬਾ ਹੈ ਨਾ, ਉਹ ਬਹੁਤ ਖਾਲਿਸ ਹੈ। ਉਹ ਪੂਰੇ ਅਸਾਰ ਕੁਝ ਇਸ ਤਰ੍ਹਾਂ ਨੇ। ਤੇਰੇ ਜੂਦ ਕਰਮ ਦੀ ਗਿਣਤਰ ਅੱਜ ਤੋਰੇ ਨਹੀਂ, ਦੋਨਾਂ ਜਹਾਨਾਂ ਦੇ ਵਿੱਚ ਤੇਰੇ ਵੱਲ ਤੱਕ ਕੇ ਹਰ ਕੋਈ। ਲਿੱਸੇ ਮਾੜੇ ਨੂੰ ਹਰ ਥਾਂ ਦੇਂਦਾ ਆਪ ਸਹਾਰਾ, ਜਗ ਵਿੱਚ ਆਪੇ ਕਰਦਾ ਖੈਰ ਤੇ ਸ਼ਰ ਦਾ ਖੂਬ ਨਿਤਾਰਾ। ਆਪਾਂ ਅੱਜ ਇਹਨਾਂ ਹੀ ਲਫ਼ਜ਼ਾਂ ਦੀ ਗਹਿਰਾਈ ਵਿੱਚ ਜਾਵਾਂਗੇ ਤੇ ਸਮਝਾਂਗੇ ਕਿ ਇਹਨਾਂ ਸਤਰਾਂ ਦੇ ਅੰਦਰ ਇਨਸਾਨੀ ਜ਼ਿੰਦਗੀ ਲਈ ਕਿਹੜੇ-ਕਿਹੜੇ ਸਬਕ ਲੁਕੇ ਹੋਏ ਨੇ। ਆਓ ਹੁਣ ਇਸ ਕਲਾਮ ਦੇ ਪਹਿਲੇ ਹਿੱਸੇ ਵੱਲ ਚਲੀਏ, ਜਿੱਥੇ ਗੱਲ ਹੁੰਦੀ ਹੈ ਬੇਇੰਤਹਾ ਰੱਬਾਨੀ ਫਜ਼ਲ ਦੀ। ਇੱਥੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਟੈਕਸਟ ਇਨ ਉਰਦੂ ਦਿੱਤਾ ਗਿਆ ਹੈ ਤੇ ਨਾਲ ਹੀ ਇਸ ਦੀ ਕੈਪਸ਼ਨ ਇਨ ਇੰਗਲਿਸ਼ ਵੀ ਮੌਜੂਦ ਹੈ। ਕਲਾਮ ਦੇ ਇਹ ਬੋਲ ਸਿੱਧੇ ਦਿਲ ਤੇ ਅਸਰ ਕਰਦੇ ਨੇ। ਸ਼ਾਇਰ ਰੱਬ ਦੀ ਬਰਗਾਹ ਵਿੱਚ ਅਰਜ਼ ਕਰ ਰਿਹਾ ਹੈ ਕਿ ਇਹ ਮਾਲਿਕ, ਤੇਰੇ ਜੂੜ ਤੇ ਕਰਮ ਦੀ ਗਿਣਤੀ ਅੱਜ ਤੱਕ ਕੋਈ ਨਹੀਂ ਲਾ ਸਕਿਆ, ਤੇ ਇਸੇ ਲਈ ਹਰ ਕੋਈ ਉਮੀਦ ਭਰੀਆਂ ਨਜ਼ਰਾਂ ਨਾਲ ਸਿਰਫ ਤੇਰੇ ਵੱਲ ਹੀ ਵੇਖਦਾ ਹੈ। ਇਹ ਸੱਚਮੁੱਚ ਇਨਸਾਨ ਦੀ ਬੇਬਸੀ ਤੇ ਰੱਬ ਦੀ ਬੇਪਨਾਹ ਅਤਾ ਦਾ ਸਭ ਤੋਂ ਸੋਹਣਾ ਨਕਸ਼ਾ ਹੈ। ਸਾਡੀ ਫਿਤਰਤ ਹੈ ਕਿ ਆਪਾਂ ਹਰ ਚੀਜ਼ ਨੂੰ ਗਿਣਦੇ ਹਾਂ, ਹਿਸਾਬ ਲੈਂਦੇ ਹਾਂ, ਪਰ ਰੱਬ ਦਾ ਫਜ਼ਲ ਨਾ, ਉਹ ਇਨਸਾਨੀ ਹਿਸਾਬ-ਕਿਤਾਬ ਤੋਂ ਕਿਤੇ ਬਾਹਰ ਹੈ। ਜਦੋਂ ਇਹ ਗੱਲ ਸਮਝ ਆ ਜਾਂਦੀ ਏ ਕਿ ਸਾਡਾ ਮਾਲਿਕ ਬੇਹਿਸਾਬ ਦਿੰਦਾ ਹੈ ਤੇ ਜ਼ਿੰਦਗੀ ਦੀ ਕੋਈ ਵੀ ਤੰਗੀ ਇਨਸਾਨ ਨੂੰ ਮਾਯੂਸ ਨਹੀਂ ਕਰ ਸਕਦੀ। ਸਾਡਾ ਅਗਲਾ ਮੌਜ਼ੂ ਹੈ ਦੁਨਿਆਵੀ ਸਕੂਨ ਤੇ ਇਨਸਾਫ, ਯਾਨੀ ਦੁਨੀਆ ਵਿੱਚ ਰੱਬ ਦਾ ਨਿਜ਼ਾਮ ਕਿਵੇਂ ਚੱਲਦਾ ਹੈ। ਹੁਣ ਇਸ ਕਲਾਮ ਦਾ ਦੂਜਾ ਹਿੱਸਾ ਦੇਖੋ। ਇੱਥੇ ਵੀ ਟੈਕਸਟ ਇਨ ਉਰਦੂ ਤੇ ਕੈਪਸ਼ਨ ਇਨ ਇੰਗਲਿਸ਼ ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਹੈ। ਕਿੰਨੀ ਸੋਹਣੀ ਗੱਲ ਕੀਤੀ ਗਈ ਹੈ ਕਿ ਲਿੱਸੇ ਤੇ ਮਾਰੇ, ਯਾਨੀ ਜੋ ਕਮਜ਼ੋਰ ਨੇ, ਜਿਨ੍ਹਾਂ ਦਾ ਦੁਨੀਆ ਵਿੱਚ ਕੋਈ ਆਸਰਾ ਨਹੀਂ, ਰੱਬ ਉਹਨਾਂ ਨੂੰ ਹਰ ਜਗ੍ਹਾ ਆਪ ਸਹਾਰਾ ਦਿੰਦਾ ਹੈ। ਦੁਨੀਆ ਵਾਲੇ ਭਾਵੇਂ ਸਾਥ ਛੱਡ ਜਾਣ, ਪਰ ਉਹ ਮਾਲਿਕ ਕਦੀ ਆਪਣੇ ਬੰਦੇ ਨੂੰ ਕੱਲਿਆਂ ਨਹੀਂ ਛੱਡਦਾ। ਤੇ ਦੂਜੀ ਸਤਰ ਵਿੱਚ ਦੱਸਿਆ ਗਿਆ ਹੈ ਕਿ ਦੁਨੀਆ ਵਿੱਚ ਚੰਗੇ ਤੇ ਮਾਰੇ ਦਾ ਫੈਸਲਾ ਵੀ ਉਹ ਆਪ ਹੀ ਕਰਦਾ ਹੈ। ਤੇ ਇਸ ਤੋਂ ਸਾਨੂੰ ਕੀ ਸਮਝ ਆਉਂਦੀ ਹੈ? 3 ਵੱਡੀਆਂ ਗੱਲਾਂ। ਪਹਿਲੀ, ਰੱਬ ਦਾ ਅਦਲ ਇਹ ਹੈ ਕਿ ਉਹ ਸਭ ਤੋਂ ਕਮਜ਼ੋਰ ਤਬਕੇ ਦਾ ਖਿਆਲ ਰੱਖਦਾ ਹੈ। ਦੂਜੀ, ਉਹਦੀ ਪਨਾਹ ਕਿਸੇ ਇੱਕ ਜਗ੍ਹਾ ਤੱਕ ਮਹਿਦੂਦ ਨਹੀਂ, ਉਹ ਹਰ ਥਾਂ ਮੌਜੂਦ ਹੈ।